अजकल ਆਪਾਂ ਜਿਵੇਂ ਦੇਖਦੇ ਹੀ ਆ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਹੀ ਇੱਕ ਵੈਸੇ ਗੱਲ ਤਾਂ ਕੋਈ ਏਡੀ ਵੱਡੀ ਹੈ ਨਹੀਂ ਜਿੱਡੀ ਵੱਡੀ ਉਸ ਨੂੰ ਬਣਾਇਆ ਗਿਆ ਕਿਉਂਕਿ ਉਹਨਾਂ ਦੀ ਸੋਚ ਉਹਨਾਂ ਦੀ ਸੰਗਤ ਜਿੱਥੇ ਤੱਕ ਸੀ ਉਹਨਾਂ ਨੇ ਉਸੇ ਹਿਸਾਬ ਨਾਲ ਗੱਲ ਕੀਤੀ। ਸਾਰਾ ਰੌਲਾ ਕੀ ਫੈਲਿਆ ਕੁਦਰਤ ਤੇ ਕਾਦਰ ਦੇ ਵਿੱਚ। ਇੱਕੋ ਹੀ ਗੱਲ ਜਿੱਥੋਂ ਮਰਜ਼ੀ ਦੇਖ ਲਓ ਜਿਹਨੂੰ ਮਰਜ਼ੀ ਦੇਖ ਲਓ ਜਦੋਂ ਨੈਟ ਖੋਲੀਦਾ ਉਸ ਤਰ੍ਹਾਂ ਮੂਹਰੇ ਕੋਈ ਨਾ ਕੋਈ ਪੋਸਟ ਇੱਕ ਦੀ ਤੇ ਦੋ ਤਿੰਨ ਆਉਂਦੀਆਂ ਹੀ ਆਉਂਦੀਆਂ ਨੇ ਕਿ ਇਹਨਾਂ ਦਾ ਕੋਈ ਬਾਹਰਲਾ ਰੱਬ ਹੈ ਜਾਂ ਅੰਦਰਲਾ ਰੱਬ ਹੈ ਜਾਂ ਬਾਹਰਲਾ ਰੱਬ ਹੈ। ਬਾਹਰਲਾ ਰੱਬ ਆ ਇਹਨਾਂ ਦਾ ਬਾਹਰਲਾ ਤੇ ਵੱਖਰਾ ਰੱਬ ਕਹੀ ਜਾਂਦੇ ਆ। ਅੰਦਰਲਾ ਰੱਬ ਆ ਸਾਡਾ ਸਭ ਕੁਝ ਬੰਦੇ ਦੇ ਅੰਦਰ ਆ। ਫਿਰ ਪੁੱਛਿਆ ਉਹਨਾਂ ਨੂੰ ਕਿਸੇ ਬੰਦੇ ਨੇ ਵੀ ਚਲੋ ਵੀ ਤੁਸੀਂ ਜਿਹਨੂੰ ਆਪਾਂ ਸਰਬ ਵਿਆਪਕ ਕਹਿੰਦੇ ਆ ਜਿਹੜਾ ਕਣ ਕਣ ਦੇ ਵਿੱਚ ਵਸਦਾ ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹੇ ਹੋ ਸਰਬ ਠਾਈ। ਚਲੋ ਤੁਸੀਂ ਸਰਬ ਵਿਆਪਕ ਨੂੰ ਨਹੀਂ ਮੰਨਦੇ ਛੱਡੋ ਤੁਹਾਡੇ ਨਾ ਮੰਨਣ ਨਾਲ ਉਸ ਨੇ ਖਤਮ ਨਹੀਂ ਹੋ ਜਾਣਾ। ਇਹ ਕਹਿ ਰਹੇ ਆ ਕਿ ਬਾਹਰ ਰੱਬ ਹੀ ਹੈ ਨਹੀਂ ਕੋਈ ਬਾਹਰ ਆਪਾਂ ਆਸੇ ਪਾਸੇ ਦੇਖਦੇ ਆ ਹਰ ਇੱਕ ਚੀਜ਼ ਦੇ ਵਿੱਚ ਪਰਮਾਤਮਾ ਵਸਦਾ। ਸੋ ਚਲੋ ਉਹਨਾਂ ਦੀ ਸੋਚ ਆ ਵੀ ਬਾਹਰ ਹੈ ਨਹੀਂ ਕੁਛ। ਫਿਰ ਉਹਨਾਂ ਨੂੰ ਪੁੱਛਿਆ ਜਾਂਦਾ ਵੀ ਚਲੋ ਬਾਹਰ ਨਹੀਂ ਹੈ ਵੀ ਅੰਦਰ ਆਪਣੇ ਕਿੱਥੇ ਰੱਬ ਆ। ਉਹ ਕਹਿੰਦੇ ਜਿਹੜਾ ਕਣ ਕਣ ਬਾਣੀ ਦੇ ਵਿੱਚ ਕਿਹਾ ਵਾ ਉਹ ਕਣ ਕਣ ਸਾਡੇ ਸਰੀਰ ਦਾ ਕਣ ਕਣ ਕਿਹਾ ਨਾ ਕਿ ਬਾਹਰਲਾ ਕਣ ਕਣ ਕਿਹਾ। ਪਹਿਲੀ ਗੱਲ ਤਾਂ ਮੈਨੂੰ ਇਹ ਗੱਲ ਨਹੀਂ ਸਮਝ ਆਈ ਵੀ ਉਹ ਬਾਹਰਲਾ ਕਣ ਕਣ ਨੂੰ ਮੰਨਣ ਦੇ ਵਿੱਚ ਇੰਨਾ ਕਿਉਂ ਕਰ ਰਹੇ ਨੇ ਵੀ ਬਾਹਰ ਕੁਝ ਵੀ ਹੈ ਨਹੀਂ ਕਾਹਤੋਂ ਕਰ ਰਹੇ ਨੇ। ਤਾਂ ਇਹ ਗੱਲ ਮੈਨੂੰ ਸਮਝ ਹਜੇ ਤੱਕ ਵੀ ਨਹੀਂ ਆ ਰਹੀ। ਮੈਂ ਬਹੁਤ ਸੋਚਿਆ ਬਹੁਤ ਉਹਨਾਂ ਨੇ ਪ੍ਰਸ਼ਨ ਵੀ ਕੀਤੇ ਵੀ ਦੱਸੋ ਸਾਨੂੰ ਕੋਈ ਗੱਲ ਕਰ ਰਹੇ ਨੇ ਬਾਬੂ ਵੀ ਤੁਸੀਂ ਮੰਨਦੇ ਕਿਸ ਨੂੰ ਹੋ ਪਰ ਨਹੀਂ ਦੱਸ ਰਹੇ। ਜਦੋਂ ਪੁੱਛੀਦਾ ਵੀ ਤੁਸੀਂ ਅੰਦਰਲੇ ਰੱਬ ਦੀ ਗੱਲ ਕਰਦੇ ਹੋ ਅੰਦਰਲਾ ਰੱਬ ਕਿੱਥੇ ਆ ਤਾਂ ਉਹ ਕਹਿੰਦੇ ਵੀ ਸਾਡੇ ਸਰੀਰ ਦਾ ਜਿਹੜਾ ਕਣ ਕਣ ਦੇ ਵਿੱਚ ਵਸਦਾ ਸਾਡੇ ਸਰੀਰ ਦਾ ਕਣ ਕਣ ਜਿਵੇਂ ਸਾਰੇ ਸਿਰ ਤੋਂ ਲੈ ਕੇ ਪੈਰਾਂ ਤੱਕ। ਪਰ ਜੇ ਇਹਨਾਂ ਨੇ ਕਿਸੇ ਸਾਧੂ ਦੀ ਕਿਸੇ ਐ ਨਹੀਂ ਕਹਿੰਦਾ ਵੀ ਸਾਰੇ ਸਾਧੂ ਇੱਕੋ ਜਿਹੇ ਹੁੰਦੇ ਆ। ਕੋਈ ਪਹੁੰਚਿਆ ਕੋਈ ਹਜੇ ਪਿੱਛੇ ਤੁਰਿਆ ਫਿਰਦਾ। ਅਲੱਗ-ਅਲੱਗ ਸਾਧੂ ਅਲੱਗ-ਅਲੱਗ ਉਹਨਾਂ ਦੀ ਵਿਚਾਰਧਾਰਾ ਅਲੱਗ-ਅਲੱਗ ਉਹਨਾਂ ਦੀ ਪਹੁੰਚਣ ਸ਼ਕਤੀ ਵੀ ਕਿੱਥੇ ਤੱਕ ਖੜੇ ਨੇ। ਜਦੋਂ ਉਹਨਾਂ ਤੋਂ ਪੁੱਛਿਆ ਜਾਂਦਾ ਇਹ ਅਪਗ੍ਰੇਡਾਂ ਨੂੰ ਛੱਡ ਕੇ ਵੀ ਸਾਡੇ ਸਰੀਰ ਦੇ ਵਿੱਚ ਪਰਮਾਤਮਾ ਕਿੱਥੇ ਆ ਉਹ ਫਿਰ ਦੱਸਦੇ ਨੇ ਵੀ ਗੁਰੂ ਸਾਹਿਬ ਸਾਨੂੰ ਫਰਮਾਨ ਕਰਦੇ ਨੇ 9 ਦਰਵਾਜ਼ੇ ਕਾਇਆ ਕੋਟ ਹੈ 10ਵੇਂ ਗੁਪਤ ਰਖੀਜੈ। ਜਿਹੜੇ 9 ਦਰਵਾਜ਼ੇ ਨੇ ਆਪਣੇ ਅੱਖਾਂ ਹੋ ਗਏ ਨੱਕ ਹੋ ਗਏ ਕੰਨ ਹੋ ਗਏ ਮੂੰਹ ਹੋ ਗਿਆ ਯਾਨੀ ਕਿ ਇਸ ਤਰ੍ਹਾਂ ਆਪਣੇ ਜਿਹੜੇ 9 ਦਰਵਾਜ਼ੇ ਨੇ ਇਹ ਪ੍ਰਗਟ ਨੇ ਤੇ 10ਵਾਂ ਦੁਆਰ ਜਿਹੜਾ ਉਹ ਗੁਪਤ ਰੱਖਿਆ। ਪਰਮਾਤਮਾ ਸਾਡੇ ਸਰੀਰ ਦੇ 9 ਦਰਵਾਜ਼ਿਆਂ ਦੇ ਵਿੱਚ ਨਹੀਂ ਹੈ। ਇਹ ਕਹਿ ਦਿੰਦੇ ਆ ਵੀ ਸਰੀਰ ਸਿਰ ਤੋਂ ਲੈ ਕੇ ਪੈਰਾਂ ਤੱਕ ਜਿਹੜਾ ਕਣ ਕਣ ਆਪਣੇ ਸਰੀਰ ਦਾ ਉਹਦੇ 'ਚ ਪਰਮਾਤਮਾ ਵਸਦਾ ਹੈ। ਪਰ ਜਿਹੜੇ ਸਾਧੂ ਮੱਤ ਆ ਸੰਤ ਮੱਤ ਆ ਮੈਂ ਇੱਥੇ ਕਲੀਅਰ ਕਰ ਦੇਣਾ ਚਾਹੁੰਦਾ ਮੈਂ ਸਾਧੂ ਮੱਤ ਸੰਤ ਮੱਤ ਉਹਨਾਂ ਦੀ ਗੱਲ ਕਰ ਰਿਹਾ ਵੀ ਸਾਰੇ ਨਹੀਂ ਸਾਰੇ ਇਸ ਦੇ ਵਿੱਚ ਸ਼ਾਮਲ ਨਹੀਂ ਕਿ ਮੇਰੇ ਵਰਗੇ ਹੁਣ ਇੱਥੇ ਕੱਲ੍ਹ ਨੂੰ ਕੋਈ ਚਿੱਟਾ ਚੋਲਾ ਪਾ ਕੇ ਕਿ ਮੈਂ ਖੜ ਜਾਵਾਂ ਤੇ ਮੈਂ ਸੰਤ ਬਣ ਗਿਆ। ਨਹੀਂ ਜੋ ਸਾਧ ਦਾ ਮਤਲਬ ਆ ਜਿਹਨੇ ਆਪਣੇ ਆਪ ਨੂੰ ਸਾਧ ਲਿਆ ਉਹ ਸਾਧ ਆ। ਜਿਹਨੇ ਹਾਲੇ ਤੱਕ ਆਪਣੇ ਆਪ ਨੂੰ ਸਾਧਿਆ ਨਹੀਂ ਉਹ ਸਾਧਕ ਹੋਣ ਦਾ ਹੱਕਦਾਰ ਨਹੀਂ ਹੈ। ਸੋ ਮੈਂ ਗੱਲ ਕਰ ਰਿਹਾ ਸੀ 10ਵੇਂ ਦੁਆਰ ਦੀ। 10ਵਾਂ ਦੁਆਰ ਆਪਣੇ ਸਰੀਰ ਦੇ ਵਿੱਚ ਕਿੱਥੇ ਆ ਸਾਰੇ ਹੀ ਜਾਣਦੇ ਵੀ 10ਵਾਂ ਦੁਆਰ ਆਪਣੇ ਇੱਥੇ ਆ। ਪਰਮਾਤਮਾ ਸਾਰੇ ਸਰੀਰ ਦੇ ਕਣ ਕਣ 'ਚ ਨਹੀਂ ਕੇਵਲ 10ਵਾਂ ਦੁਆਰ ਦੇ ਵਿੱਚ ਆ। ਹੁਣ ਜੇ ਇਹਨਾਂ ਨੇ ਕੋਈ ਉਹੋ ਜਿਹੀ ਪੜ੍ਹਾਈ ਕੀਤੀ ਹੋਵੇ ਕਿਸੇ ਸਾਧੂ ਦੀ ਸੰਗਤ ਕੀਤੀ ਹੋਵੇ ਤਾਂ ਇਹਨਾਂ ਨੂੰ ਸ਼ਾਇਦ ਪਤਾ ਲੱਗੇ ਵੀ ਇਹ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਵੀ ਇਹ ਬਾਹਰਲਾ ਰੱਬ ਆ ਜਿਹੜਾ ਕੁਦਰਤ ਦੇ ਵਿੱਚ ਵਸਿਆ ਉਸ ਨੂੰ ਮੰਨ ਕਿਉਂ ਨਹੀਂ ਰਹੇ। ਉਸ ਨੂੰ ਮੰਨਣ ਦੇ ਵਿੱਚ ਇਹਨਾਂ ਨੂੰ ਤਕਲੀਫ ਕੀ ਹੈ ਮੈਨੂੰ ਸਮਝ ਨਹੀਂ ਹਜੇ ਤੱਕ ਆ ਰਹੀ ਵੀ ਕਿਉਂ ਨਹੀਂ ਮੰਨ ਰਹੇ।
ਬਾਹਰਲਾ ਰੱਬ, ਅੰਦਰਲਾ ਰੱਬ, ਤੁਹਾਡਾ ਵੱਖਰਾ ਰੱਬ, ਵੀ ਰੱਬ ਤਾਂ ਰੱਬ ਹੀ ਵੱਜਣਾ, ਮੰਨਣ ਦੀ ਗੱਲ ਹੈ। ਸੋ ਇਹਨਾਂ ਨੂੰ ਮੈਂ ਬਹੁਤ ਪ੍ਰਸ਼ਨ ਉੱਤਰ ਕੀਤੇ, ਪਰ ਕਿਸੇ ਦੇ ਮੇਰੇ ਪੱਲੇ ਦੀ ਗੱਲ ਪਾਈ। ਫਿਰ ਜਦੋਂ ਕਿਸੇ ਸਾਧੂ ਮਹਾਤਮਾ ਨੂੰ ਪੁੱਛਿਆ ਜਾਂਦਾ ਤਾਂ ਉਹਨਾਂ ਕੋਲੋਂ ਇਹ ਜਵਾਬ ਮਿਲਦਾ ਜਿਹੜਾ ਆਪ ਜੀ ਨੂੰ ਹੁਣ ਮੈਂ ਦੱਸਿਆ। ਮਾਫ ਕਰਨਾ ਜੀ। 9 ਦਾ ਠਾਕੇ ਧਾਵਤ ਰਹਾਏ, 10ਵੇਂ ਨਿਜ ਘਰ ਵਾਸਾ ਪਾਏ। ਨਿਜ ਘਰ ਦਾ ਮਤਲਬ ਹੁੰਦਾ ਹੈ ਆਪਣਾ ਘਰ, ਉਹਦਾ ਆਪ ਦਾ ਘਰ। 10ਵਾਂ ਦੁਆਰ ਉਸ ਦਾ ਘਰ ਹੈ। ਸਾਡਾ ਸਰੀਰ 5 ਤੱਤਾਂ ਦਾ ਬਣਿਆ। 6ਵਾਂ ਗੁਪਤ ਰੂਪ ਦੇ ਵਿੱਚ ਪਰਮਾਤਮਾ ਸਾਡੇ ਵਿੱਚ ਉਹ ਆਪ ਬੈਠਾ ਹੈ। ਸੋ ਜਿਵੇਂ ਆਪਣੇ ਸਾਰੇ ਸਰੀਰ ਨੂੰ ਆਪਣਾ ਜਿਹੜਾ ਬ੍ਰੇਨ ਆ ਉਹ ਕੰਟਰੋਲ ਕਰ ਰਿਹਾ, ਉਹ ਕਮਾਂਡ ਦਿੰਦਾ। ਹੁਣ ਮੈਂ ਤੁਹਾਡੇ ਨਾਲ ਗੱਲਾਂ ਕਰ ਰਿਹਾ, ਜਾਂ ਮੈਂ ਇੱਧਰ ਦੇਖ ਰਿਹਾ, ਜਾਂ ਮੈਂ ਸੱਜੇ ਖੱਬੇ ਦੇਖ ਰਿਹਾ, ਜੇ ਮੈਂ ਹੁਣ ਹੱਥ ਚੱਕਿਆ ਵਾ ਜਾਂ ਹੱਥ ਹਿਲਾਇਆ ਵਾ, ਇਹ ਦਿਮਾਗ ਕਮਾਂਡ ਕਰ ਰਿਹਾ ਵੀ ਹੁਣ ਹੱਥ ਨੂੰ ਹਿਲਾਉਣਾ ਆ, ਹੁਣ ਉਂਗਲਾਂ ਹਿਲਾਉਣੀਆਂ। ਆਪਾਂ ਅਕਸਰ ਸੁਣਦੇ ਹਾਂ ਕਈਆਂ ਤੋਂ, ਉਹ ਕਹਿੰਦੇ ਹਨ ਵੀ ਉਹਦਾ ਇੱਕ ਪਾਸਾ ਖੜ ਗਿਆ, ਉਹਦੀਆਂ ਉਂਗਲਾਂ ਨਹੀਂ ਕੰਮ ਕਰਦੀਆਂ, ਉਹਦੀ ਇੱਕ ਬਾਂਹ ਕੰਮ ਕਰਨੋਂ ਬੰਦ ਹੋ ਗਈ। ਉਹ ਬ੍ਰੇਨ ਉਸ ਚੀਜ਼ ਨੂੰ ਸਿਗਨਲ ਦੇਣਾ ਬੰਦ ਕਰ ਦਿੰਦਾ। ਯਾਨੀ ਕਿ ਇਹ ਸਾਰਾ ਸਰੀਰ ਨੂੰ ਇੱਕ ਬ੍ਰੇਨ ਸਾਡਾ ਉਹ ਕੰਟਰੋਲ ਕਰ ਰਿਹਾ। ਪਰ ਬ੍ਰੇਨ ਨੂੰ ਕੌਣ ਕੰਟਰੋਲ ਕਰ ਰਿਹਾ? ਜਿਹੜਾ ਸਾਡੇ ਸਰੀਰ ਦੇ ਵਿੱਚ ਗੁਪਤ ਰੂਪ 'ਚ ਬੈਠਾ ਹੈ। ਖੁਦ ਪਰਮਾਤਮਾ ਸਾਡੇ ਬ੍ਰੇਨ ਨੂੰ ਕੰਟਰੋਲ ਕਰ ਰਿਹਾ, ਬ੍ਰੇਨ ਸਾਡੇ ਸਰੀਰ ਨੂੰ ਕੰਟਰੋਲ ਕਰ ਰਿਹਾ ਹੈ। ਉਸੇ ਤਰ੍ਹਾਂ ਬਾਣੀ ਦੇ ਵਿੱਚ ਵੀ ਸਾਨੂੰ ਗੁਰੂ ਸਾਹਿਬ ਸਮਝਾਉਂਦੇ ਨੇ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੇ। ਜੋ ਕੁਛ ਬਾਹਰ ਬ੍ਰਹਿਮੰਡ ਦੇ ਵਿੱਚ ਆ, ਜਿਨ ਤਾਰੇ ਆ, ਗ੍ਰਹਿ ਆ, ਜੋ ਕੁਛ ਵੀ ਹੈਗਾ ਬ੍ਰਹਿਮੰਡ ਦੇ ਵਿੱਚ, ਉਹ ਸਾਡੇ ਸਰੀਰ ਦੇ ਅੰਦਰ ਵੀ ਆ। ਸਾਰੇ ਕਹੀ ਜਾਂਦੇ ਆ ਰੱਬ ਸਾਡੇ ਸਰੀਰ ਦੇ ਵਿੱਚ ਆ, ਆਪਦਾ ਮੂਲ ਪਛਾਣੋ, ਮੂਲ ਪਛਾਣੋ, ਮਨ ਤੂੰ ਜੋਤ ਸਰੂਪ ਹੈ। ਪਰ ਸਰੀਰ ਦੇ ਵਿੱਚ ਹੈ ਕਿੱਥੇ ਆ, ਇਹ ਕਿਉਂ ਨਹੀਂ ਦੱਸ ਰਹੇ? ਜਾਂ ਤਾਂ ਉਹਨਾਂ ਨੂੰ ਪਤਾ ਨਹੀਂ, ਜਾਂ ਇਹਨਾਂ ਦੇ ਕੋਈ ਦਿਮਾਗ 'ਚ ਸਾਨੂੰ ਦੱਸਣਾ ਨਹੀਂ ਚਾਹੁੰਦੇ। ਪਰ ਇਹ ਗੱਲ ਤਾਂ ਨਹੀਂ, ਦੱਸਣ ਵਾਲੀ ਗੱਲ ਤਾਂ ਨਹੀਂ, ਪਤਾ ਨਹੀਂ ਹੈ, ਕਿਉਂਕਿ ਉਹਨਾਂ ਨੇ ਉਹ ਚੀਜ਼ ਕਦੇ ਦੇਖੀ ਨਹੀਂ। ਦੱਸਣਗੇ ਕੀ? ਹੁਣ ਮੈਂ ਕਦੇ ਜੇ ਕਹਾਂ ਵੀ ਬਠਿੰਡੇ ਦਾ ਲਾ ਲਓ, ਮੈਂ ਕਦੇ ਬਠਿੰਡੇ ਨਾ ਗਿਆ ਹੋਵਾਂ, ਮੈਂ ਬਠਿੰਡੇ ਬਾਰੇ ਕੀ ਦੱਸ ਸਕਦਾ? ਬਠਿੰਡੇ 'ਚ ਕੀ ਕੁਛ ਹੈ ਜਾਂ ਨਹੀਂ ਹੈਗਾ। ਜਿੱਥੇ ਮੈਂ ਜਾਇਆ ਹੋਊਗਾ ਉੱਥੇ ਹੀ ਦੱਸੂਗਾ ਉਸ ਚੀਜ਼ ਬਾਰੇ। ਸੋ ਇੱਕ ਸੰਗਤ ਦਾ ਬਹੁਤ ਫਰਕ ਪੈਂਦਾ ਹੈ। ਜਿਹੇ ਜਿਹੇ ਬੰਦੇ ਦੀ ਆਪਾਂ ਸੰਗਤ ਕਰ ਲੈਂਦੇ ਹਾਂ, ਉਹੋ ਜਿਹਾ ਹੀ ਹੁੰਦਾ। ਸੋ ਆਪਾਂ ਗੱਲ ਕਰ ਲਈ ਸੀ, ਜੋ ਬ੍ਰਹਮੰਡੇ ਸੋਈ ਪਿੰਡੇ। ਸਾਡੇ ਸਰੀਰ ਦੇ ਵਿੱਚ, ਸਾਡੇ ਸਰੀਰ ਨੂੰ ਕੰਟਰੋਲ ਸਾਡਾ ਦਿਮਾਗ ਕਰ ਰਿਹਾ, ਸਾਡੇ ਦਿਮਾਗ ਨੂੰ ਕੰਟਰੋਲ ਪਰਮਾਤਮਾ ਕਰ ਰਿਹਾ, ਜਿਹੜਾ ਸਾਡੇ ਅੰਦਰ 10ਵੇਂ ਦੁਆਰ ਦੇ ਵਿੱਚ ਗੁਪਤ ਰੂਪ 'ਚ ਬੈਠਾ ਹੈ। ਉਸ ਨੂੰ ਖੋਜਣਾ, ਲੱਭਣਾ ਹੈ, ਉਸ ਨੂੰ ਆਪਣਾ ਮੂਲ ਪਛਾਣਨਾ, ਪਛਾਣਨਾ ਭਾ। ਇਹ ਨਹੀਂ ਵੀ ਗੱਲੀ ਬਾਤੀ ਕਹਿ ਲੈ ਵੀ ਅਸੀਂ ਸਾਡੇ ਅੰਦਰ ਪਰਮਾਤਮਾ ਹੈ ਤੇ ਅਸੀਂ ਰੱਬ ਬਣ ਗਏ। ਨਹੀਂ, ਪਛਾਣਨਾ ਪੈਣਾ, ਘਾਲਣਾ ਘਾਲਣੀ ਪੈਣੀ, ਅਭਿਆਸ ਕਰਨਾ ਪੈਣਾ। ਇਹ ਨਾਮ ਤੋਂ ਬਗੈਰ ਇਹ ਸਭ ਗੱਲਾਂ ਥੋਥੀਆਂ ਨੇ। ਜਿਸ ਤਰ੍ਹਾਂ ਸਾਡੇ ਦਿਮਾਗ ਨੂੰ ਪਰਮਾਤਮਾ ਕੰਟਰੋਲ ਕਰ ਰਿਹਾ, ਉਸੇ ਤਰ੍ਹਾਂ ਬਾਹਰ ਵੀ ਦੁਨੀਆ ਦੇ ਵਿੱਚ ਵੀ ਜੋ ਪ੍ਰਕਿਰਤੀ ਹੈ, ਜੋ ਜਾਨਵਰ ਨੇ, ਜੋ ਵਨਸਪਤੀ ਹੈ, ਸਾਰੀ ਚੀਜ਼ ਦੀ ਦੇਖ ਰੇਖ ਕੁਦਰਤ ਕਰ ਰਹੀ ਹੈ। ਕੁਦਰਤ ਨੂੰ ਕੌਣ ਕੰਟਰੋਲ ਕਰ ਰਿਹਾ? ਪਰਮਾਤਮਾ, ਨਿਰੰਕਾਰ। ਇਹ ਹੁਣ ਬਾਹਰਲਾ ਰੱਬ, ਅੰਦਰਲਾ ਰੱਬ, ਵੱਖਰਾ ਰੱਬ ਕਹਿ ਲਈਏ, ਜੋ ਆਪਣੀ ਸੋਚਣੀ ਆ, ਜੋ ਸਮਝ ਜਾਂਦੇ ਨੇ ਉਹ ਸਮਝ ਜਾਂਦੇ ਨੇ, ਕਿਉਂਕਿ ਜਿਨ੍ਹਾਂ ਨੇ ਸਾਧੂ ਦੀ ਸੰਗਤ ਕਹੀ, ਚੰਗੇ ਸਾਧੂ ਸੰਗਤ ਕੀਤੀ ਹੈ, ਉਹੀ ਸਮਝ ਸਕਦਾ ਹੈ। ਬਾਕੀਆਂ ਦੇ ਹੁਣ ਮੈਂ ਤੁਹਾਡੇ ਨਾਲ ਕੁਝ 4 ਗੱਲਾਂ ਕੀਤੀਆਂ, ਤੁਹਾਡੇ ਕਈਆਂ ਦੇ ਉੱਪਰ ਦੀ ਲੰਘ ਗਈਆਂ। ਕਈਆਂ ਨੇ ਤਾਂ ਮੇਰੀ ਉਮਰ ਦੇਖ ਕੇ ਵੀ ਇਹ 26-27 ਸਾਲਾਂ ਵਾਲਾ ਹੁਣ ਮੱਤ ਦੇਣ ਆ ਗਿਆ, ਇੱਧਰੋਂ ਸੁਣੀ ਇੱਧਰੋਂ ਕੱਟਤੀ ਹੋਣੀ ਆ। ਚਲੋ, ਮੈਂ ਨਹੀਂ ਕਹਿ ਰਿਹਾ ਵੀ ਮੈਨੂੰ ਕੋਈ ਸੁਣੋ ਜਾਂ ਮੰਨੋ। ਮੈਨੂੰ ਚੰਗਾ ਲੱਗਦਾ ਕਿ ਮੈਂ ਗੁਰੂ ਸਾਹਿਬਾਂ ਦੀਆਂ ਗਿਆਨ ਦੀਆਂ ਗੱਲਾਂ, ਜਿੰਨਾ ਕਿ ਮੈਨੂੰ ਹੈ, ਜਿੰਨੀ ਕਿ ਮੇਰੀ ਬੁੱਧੀ, ਛੋਟੀ ਬੁੱਧੀ ਹੈ, ਜਿੰਨੀ ਕਿ ਮੈਂ ਸਾਧੂ ਦੀ ਸੰਗਤ ਕੀਤੀ ਆ, ਜੋ ਗੱਲਾਂ ਮੈਂ ਉਹਨਾਂ ਤੋਂ ਸਿੱਖੀਆਂ, ਮੈਂ ਹੌਲੀ ਹੌਲੀ ਤੁਹਾਡੇ ਨਾਲ ਉਹ ਸ਼ੇਅਰ ਕਰਾਂ, ਚੰਗੀਆਂ ਲੱਗਦੀਆਂ। ਸੋ ਉਹ ਗੱਲਾਂ ਮੈਂ ਦੇਖ ਰਿਹਾ ਹਾਂ, ਬਾਹਰ ਕਿੰਨਾ ਕੁਛ ਹੋ ਰਿਹਾ ਨਾ। ਸਾਡੇ ਸਰੀਰ ਦੇ ਅੰਦਰ ਹੀ ਰੱਬ ਹੈ, ਵੱਖਰਾ ਰੱਬ ਕੋਈ ਨਹੀਂ। ਪਰ ਸਾਡੇ ਸਰੀਰ ਦੇ ਅੰਦਰ ਰੱਬ ਕਿੱਥੇ ਹੈ ਪੁੱਛੀਦਾ, ਫਿਰ ਕਹਿੰਦੇ ਸਾਡੇ ਸਰੀਰ ਦੇ ਸਾਰੇ ਕਣ ਕਣ 'ਚ ਰੱਬ ਆ। ਸਾਡੇ ਸਰੀਰ 'ਚ ਗੰਦ ਵਾਲੀ ਜਗ੍ਹਾ ਵੀ ਹੈ, ਕੀ ਰੱਬ ਉੱਥੇ ਵੀ ਹੈ? ਨਹੀਂ। ਪਰਮਾਤਮਾ ਸਫਾਈ ਵਾਲੀ ਜਗ੍ਹਾ ਰਹਿੰਦਾ। ਸਫਾਈ ਵਾਲੀ ਜਗ੍ਹਾ ਸਾਡੀ ਇਹ ਆ।
ਇਹ ਧਿਆਨ ਪਿਛਲੀ ਵੀਡੀਓ ਦੇ ਵਿੱਚ ਬਾਬਾ ਚਰਨ ਸਿੰਘ ਜੀ ਨੇ ਦੱਸਿਆ ਸੀ, ਜਿਹੜੇ ਕਲਗੀਧਰ ਪਾਤਸ਼ਾਹ ਨੇ ਮਾਤਾ ਜੀਤੋ ਜੀ ਨੂੰ ਨਾਮ ਦੀ ਵਿਧੀ ਦੱਸੀ ਸੀ ਜਪਣ ਦੀ, ਉਹ ਵਿਧੀ ਰਾਹੀਂ ਆਪਾਂ ਇਸ ਨੂੰ ਜਪਣਾ। ਅਭਿਆਸ ਬਹੁਤ ਜ਼ਰੂਰੀ ਹੈ, ਸ਼ਾਂਤੀ ਚਾਹੀਦੀ ਆ। ਅਕਸਰ ਆਪਾਂ ਦੇਖਦੇ ਹਾਂ ਵੀ ਜਿਹੜੇ ਤਾਂ ਪਹੁੰਚੇ ਹੋਏ ਸਾਧੂ ਮਹਾਂਪੁਰਸ਼ ਆ, ਉਹ ਜੰਗਲਾਂ ਦੇ ਵਿੱਚ ਕਿਉਂ ਜਾਂਦੇ? ਸ਼ਾਂਤੀ ਦੀ ਭਾਲ ਦੇ ਵਿੱਚ ਜਾਂਦੇ। ਉਹ ਨਹੀਂ ਵੀ ਜੰਗਲਾਂ ਦੇ ਵਿੱਚ ਕੋਈ ਰੱਬ ਬੈਠਾ। ਬਾਣੀ ਉਸ ਚੀਜ਼ ਦਾ ਖੰਡਨ ਵੀ ਕਰਦੀ ਹੈ ਵੀ ਜੰਗਲਾਂ ਦੇ ਵਿੱਚ ਕੁਝ ਨਹੀਂ ਹੈਗਾ, ਪਰ ਸ਼ਾਂਤੀ ਬਹੁਤ ਜ਼ਰੂਰੀ ਹੈ। ਕੰਨਾਂ ਨੂੰ ਕੋਈ ਸਾਊਂਡ ਨਾ ਸੁਣਦਾ ਹੋਵੇ, ਅੱਖਾਂ ਕੁਝ ਦੇਖਦੀਆਂ ਨਾ ਹੋਣ, ਜੀਭ ਸਾਡੀ ਹਿਲਦੀ ਨਾ ਹੋਵੇ, ਸਾਡੇ ਬੁੱਲ੍ਹ ਨਾ ਹਿਲਦੇ ਹੋਣ, ਸਾਡੇ ਅੰਦਰ ਨਾਮ ਚਲਾਉਣਾ, ਸਵਾਸਾਂ ਰਾਹੀਂ ਚਲਾਉਣਾ। ਜਿਹੜਾ ਸਵਾਸ ਹੈ, ਪਵਨ ਹੈ, ਇਹ ਸਾਡਾ ਗੁਰੂ ਹੈ। ਪਵਨ ਗੁਰੂ ਪਾਣੀ ਪਿਤਾ। ਜਿਹੜਾ ਪਵਨ ਆ ਇਹ ਗੁਰੂ ਇਸ ਨੂੰ ਇਸ ਲਈ ਕਿਹਾ ਕਿਉਂਕਿ ਜਿਹੜੀ ਪਵਨ ਆਪਾਂ ਸਵਾਸ ਲੈਂਦੇ ਹਾਂ, ਇਸ ਨੇ ਸਾਡੀ ਅਵਸਥਾ ਉੱਚੀ ਕਰਨੀ। ਸਵਾਸ ਸਾਸ ਸਿਮਰੋ ਗੋਬਿੰਦ, ਇਸ ਸਵਾਸਾਂ ਦੇ ਨਾਲ ਹੀ ਸਾਰੀ ਗੱਲਬਾਤ ਕਰ ਰਹਿਣੀ ਹੈ। ਗੁਰੂ ਸਾਹਿਬ ਜੀ ਸਾਨੂੰ ਹੋਰ ਸਮਝਾਉਂਦੇ ਨੇ, ਸੁਣਿਆ ਲਾਗੇ ਸਹਿਜ ਧਿਆਨ। ਜਦੋਂ ਨਾਮ ਸੁਣਦੇ ਹਾਂ ਆਪਾਂ ਮੰਨ ਲਓ ਅੱਖਾਂ ਮੀਟ ਕੇ ਬੈਠੇ ਹਾਂ, ਸਾਡੇ ਬੁੱਲ੍ਹ ਨਹੀਂ ਹਿੱਲਦੇ, ਕੰਨ ਕੁਛ ਨਹੀਂ ਸੁਣਦੇ, ਸ਼ਾਂਤ। ਤਾਂ ਹੀ ਕਹਿੰਦੇ ਵੀ ਅੰਮ੍ਰਿਤ ਵੇਲੇ ਜਿਹੜਾ ਸੁਬਾਹ ਦਾ ਹੁੰਦਾ ਵਾ, ਕੋਈ 12 ਤੋਂ 3 ਵੀ ਕਹਿ ਲੈਂਦਾ, ਕੋਈ 5 ਵਜੇ ਤੱਕ ਕਹਿ ਲੈਂਦਾ, ਕਿਉਂਕਿ 5 ਵਜੇ ਤੱਕ ਆਪਾਂ ਆਮ ਦੇਖਦੇ ਵੀ ਸ਼ਹਿਰਾਂ ਦੇ ਵਿੱਚ ਵੀ, ਚਲੋ ਪਿੰਡਾਂ ਦੇ ਵਿੱਚ ਵੀ ਗੁਰਦੁਆਰਾ ਸਾਹਿਬ ਵਿਖੇ ਸਪੀਕਰ ਵਗੈਰਾ ਚੱਲ ਪੈਂਦੇ ਨੇ। ਜਿਹੜਾ ਉਹ ਉਦੋਂ ਪਹਿਲਾਂ ਵਾਲਾ ਟਾਈਮ ਆ, 12 ਤੋਂ 3 ਦੇ ਵਿੱਚ ਵਾਲਾ ਟਾਈਮ ਆ, 4 ਤੱਕ ਲਾ ਲਓ, ਉਹ ਸ਼ਾਂਤੀ ਦਾ ਟਾਈਮ ਹੁੰਦਾ। ਉਸ ਟਾਈਮ ਕੋਈ ਖੜਕਾ ਲੜਕਾ ਨਹੀਂ ਹੁੰਦਾ। ਉਸ ਟਾਈਮ ਦੀ એનર્ਜੀ ਹੀ ਵੱਖਰੀ ਹੈ। ਉਹ ਟਾਈਮ ਸਾਂਭਣਾ ਉਹਨਾਂ ਨੇ ਸਾਂਭ ਲੈਣਾ ਜਿਨ੍ਹਾਂ ਨੇ ਅਭਿਆਸ ਕਰਨਾ, ਉਹਨਾਂ ਲਈ ਬਹੁਤ ਇਹ ਲਾਭਕਾਰੀ ਹੈ। ਸੁਣਿਆ ਲਾਗੇ ਸਹਿਜ ਧਿਆਨ। ਜਦੋਂ ਆਪਾਂ ਅੱਖਾਂ ਬੰਦ ਕਰ ਲਈਆਂ, ਕੰਨ ਆਪਣੇ ਕੁਝ ਸੁਣਦੇ ਨਹੀਂ, ਸਾਰਾ ਸ਼ਾਂਤੀ ਆ। ਜੀਭ ਸਾਡੀ ਹਿਲਦੀ ਨਹੀਂ। ਇਹ ਨਹੀਂ ਵੀ ਅੰਦਰ ਆਪਾਂ ਨਾਮ ਜਪਦੇ ਹਾਂ ਸਾਡੀ ਜੀਭ ਹਿਲਦੀ ਆ, ਨਹੀਂ, ਆਪਣੇ ਅੰਦਰ ਜਪਣਾ, ਅੰਤਰਾਤਮਾ ਨਾਮ। ਸਾਡੇ ਅੰਤਰਾਤਮਾ ਜਦੋਂ ਜਪਦੀ ਹੈ, ਸਾਡੇ ਕੰਨਾਂ ਨੂੰ ਉਹ ਨਾਮ ਸੁਣਦਾ, ਉਹਦੀ ਫੀਲ ਹੀ ਵੱਖਰੀ ਹੈ। ਮੈਂ ਬੋਲਾਂ ਕੁਛ, ਵਾਹਿਗੁਰੂ ਕਹਾਂ, ਉਹ ਫੀਲ ਹੋਰ ਆਵੇਗੀ। ਜਦੋਂ ਆਪਾਂ ਅੰਦਰ ਵਾਹਿਗੁਰੂ ਕਹਿੰਦੇ ਹਾਂ, ਉਹ ਗੂੰਜ, ਉਹ ਵੀ ਸਾਡੇ ਜਿਹੜੇ ਦਸਮ ਨੂੰ ਖੋਲ੍ਹਣ ਦੇ ਵਿੱਚ ਸਾਡੀ ਮਦਦ ਕਰਦੀ ਹੈ। ਸੋ ਬਹੁਤ ਸਾਰੀਆਂ ਗੱਲਾਂ ਨੇ, ਪਰ ਉਹ ਆਪ ਜੀ ਨਾਲ ਇੱਥੇ ਨਹੀਂ ਡਿਸਕਸ ਹੋ ਸਕਦੀਆਂ, ਕਿਉਂਕਿ ਉਹ ਬਹੁਤ ਹੀ ਪੇਚੀਦਾ ਗੱਲਾਂ ਨੇ। ਕਈਆਂ ਨੇ ਤਾਂ ਕਹਿਣਾ ਵੀ ਇਹ ਗੱਪ ਛੱਡਦਾ, ਕਿਉਂਕਿ ਉਹਨਾਂ ਨੂੰ ਜੋ ਅੱਖਾਂ ਮੀਟਦੇ ਆ ਉਹ ਹਨੇਰਾ ਦਿਸਦਾ, ਤਾਂ ਉਹਨਾਂ ਨੇ ਫਿਰ ਬਾਕੀਆਂ ਨੂੰ ਵੀ ਹਨੇਰਾ ਦੱਸਣਾ ਵੀ ਹਨੇਰਾ ਹੀ ਆ। ਜਿਹੜੇ ਤਾਂ ਪਹੁੰਚੇ ਹੋਏ ਸਾਧੂ ਮਹਾਂਪੁਰਸ਼, ਉਹਨਾਂ ਨੂੰ ਅੱਖਾਂ ਬੰਦ ਕਰਨ 'ਤੇ ਵੀ ਹਨੇਰਾ ਨਹੀਂ ਦਿਸਦਾ। ਸੋ ਇਹ ਚੀਜ਼ਾਂ ਨੇ ਵੀ ਪ੍ਰਚਾਰਕਾਂ ਨੂੰ ਚਾਹੀਦਾ ਵੀ ਪ੍ਰਚਾਰ ਪੂਰਾ ਕਰਨਾ। ਸਾਡੇ ਅੰਦਰ ਹੈ, ਚਲੋ ਬਾਹਰਲੇ ਨੂੰ ਤੁਸੀਂ ਪ੍ਰਕਿਰਤੀ ਦੇ ਵਿੱਚ ਪਰਮਾਤਮਾ ਨੂੰ ਨਹੀਂ ਮੰਨਦੇ। ਕਿਉਂ ਨਹੀਂ ਮੰਨਦੇ? ਸ਼ਾਇਦ ਕੋਈ ਗਲਤ ਕੰਮ ਕਰਨਾ, ਜਾਂ ਪਰਮਾਤਮਾ ਸਾਨੂੰ ਦੇਖ ਲਵੇਗਾ। ਚਲੋ ਉਹਨੂੰ ਛੱਡੋ, ਨਹੀਂ ਮੰਨਦੇ ਤੁਸੀਂ ਨਾ ਮੰਨੋ, ਤੁਹਾਨੂੰ ਮਨਾ ਕੇ ਵੀ ਲੈਣਾ ਵੀ ਕੀ ਆ। ਕੋਸ਼ਿਸ਼ ਵੈਸੇ ਅਸੀਂ ਕਰ ਰਹੇ ਹਾਂ, ਜਿਹਨੇ ਮੰਨਣਾ ਮੰਨ ਸਕਦਾ। ਹੋਕਾ ਦੇਣਾ ਸਾਡਾ ਕੰਮ ਹੈ, ਕਿਉਂਕਿ ਸਾਡਾ ਕੰਮ ਹੋਕਾ ਦੇਣਾ, ਅਸੀਂ ਹੋਕਾ ਹੀ ਦੇਣਾ। ਮੰਨਣਾ ਨਹੀਂ ਮੰਨਣਾ ਤੁਹਾਡੀ ਖੁਸ਼ੀ ਹੈ, ਤੁਹਾਡੀ ਮਨ ਮਰਜ਼ੀ। ਧੱਕਾ ਅਸੀਂ ਕਿਸੇ ਨਾਲ ਨਹੀਂ ਕਰਨਾ। ਆਪਣੇ ਵਿਚਾਰ ਦੇਣੇ ਆ, ਚੰਗੇ ਲੱਗਣ ਨਾ ਲੱਗਣ। ਕਈ ਵੀਰ ਭਰਾ ਉਲਟੇ ਫੁਲਟੇ ਕਮੈਂਟ ਵੀ ਕਰਦੇ ਨੇ, ਉਹਨਾਂ ਨੂੰ ਵੀ ਬੇਨਤੀ ਆ ਵੀ ਜਿਹੜੇ ਕਮੈਂਟ ਕਰਨੇ ਹੁੰਦੇ ਆ, ਉਹ ਜਿਹੜੀ ਵੀਡੀਓ ਆਪਾਂ ਪਾਈ ਆ, ਜੋ ਉਸ 'ਤੇ ਵਿਚਾਰ ਹੈ, ਉਸੇ ਦੇ ਵਿਸ਼ੇ 'ਤੇ ਹੀ ਆਪਣੇ ਕਮੈਂਟ ਕੀਤੇ ਜਾਣ, ਨਾ ਕਿ ਅਗਲੇ ਪਿਛਲੇ ਕੱਢ ਲਏ ਗਏ, ਉੱਥੇ ਤੁਹਾਡੇ ਐਂ ਹੋ ਰਿਹਾ। ਬਾਕੀ ਪਿਛਲੀ ਵੀਡੀਓ 'ਚ ਬਾਬਾ ਚਰਨ ਸਿੰਘ ਨੇ ਕਲੀਅਰ ਕਰ ਦਿੱਤਾ ਵੀ ਸਾਡੇ ਨਾਲ ਕਿਸੇ ਨਾਲ ਕੋਈ ਵਾਸਤਾ ਨਹੀਂ ਹੈ। ਜੋ ਅਸੀਂ ਕਰ ਰਹੇ ਹਾਂ, ਅਸੀਂ ਆਪਣੇ ਜਵਾਬ ਦੇ ਹੈਗੇ ਹਾਂ। ਪਿਛਲੀ ਵੀਡੀਓ 'ਚ ਮੈਂ ਵੀ ਦੱਸਿਆ ਸੀ। ਸੋ ਮੇਨ ਮੁੱਦੇ ਦੀ ਗੱਲ ਆਪਾਂ ਕਰ ਲਈਏ ਤਾਂ ਚੰਗੀ ਗੱਲ ਹੈ, ਪਰ ਉਹ ਵੀ ਜੇ ਵਿਚਾਰ ਦੇ ਰੂਪ 'ਚ ਹੋਵੇ ਤਾਂ ਬਹੁਤ ਚੰਗੀ ਗੱਲ ਹੈ। ਜੇ ਆਪਾਂ ਬਹਿਸ ਕਰਨੀ ਆ ਤਾਂ ਉਹਦਾ ਅੰਜਾਮ ਮੈਂ ਵੀ ਨਹੀਂ ਦੱਸ ਸਕਦਾ ਕੀ ਹੋ ਸਕਦਾ, ਕਿਉਂਕਿ ਕਈ ਵਾਰੀ ਬਹਿਸ 'ਚ ਕਈ ਵਾਰੀ ਗਰਮ ਤੱਤਾ ਆਪਣੇ ਮੁੰਡਿਆਂ ਤੋਂ ਕਈਆਂ ਤੋਂ ਬੋਲਿਆ ਜਾਂਦਾ, ਫਿਰ ਉਹ ਪਹਿਲਾਂ ਅਗਲੇ ਪਹਿਲ ਕਰਦੇ ਆ, ਫਿਰ ਉਹਦਾ ਜਵਾਬ ਦੇ ਹੋਣਾ ਹੀ ਪੈਂਦਾ। ਸੋ ਇਸ ਲਈ ਬਹਿਸ ਨਾ ਕੀਤੀ ਜਾਵੇ, ਸਿਰਫ ਵਿਚਾਰ ਕੀਤੀ ਜਾਵੇ। ਤੁਸੀਂ ਆਪਣਾ ਪੱਖ ਰੱਖੋ, ਕੋਈ ਗੱਲ ਚੰਗੀ ਲੱਗੀ ਆ ਤਾਂ ਉਹ ਵੀ ਦੱਸ ਦਿਓ ਵੀ ਠੀਕ ਹੈ, ਨਹੀਂ ਚੰਗੀ ਲੱਗੀ ਤਾਂ ਉਹ ਵੀ ਦੱਸ ਦਿਓ ਵੀ ਕਿਉਂ ਨਹੀਂ ਚੰਗੀ ਲੱਗੀ। ਸੋ ਇੰਨੀਆਂ ਕੁ ਬੇਨਤੀਆਂ ਵਾ ਕਿ ਪ੍ਰਚਾਰਕਾਂ ਨੂੰ ਵੀ ਬੇਨਤੀ ਹੈ ਬਈ
ਸਾਡੇ ਅੰਦਰ ਰੱਬ ਹੈ, ਅਸੀਂ ਆਪਣਾ ਮੂਲ ਪਛਾਣਨਾ ਹੈ। ਅਸੀਂ ਰੱਬ ਦੀ ਯਾਦ ਦੇ ਵਿੱਚੋਂ ਹਾਂ, ਪਰ ਕਿਵੇਂ ਹਾਂ? ਸਾਡੇ ਅੰਦਰ ਰੱਬ ਹੈ, ਕਿੱਥੇ ਹੈ, ਉਹਨੂੰ ਕਿਵੇਂ ਪ੍ਰਗਟ ਕਰਨਾ, ਉਸ ਤੇ ਮਿਹਨਤ, ਉਸਦਾ ਧਿਆਨ ਕਿਵੇਂ ਧਰਨਾ, ਅਭਿਆਸ ਕਿਵੇਂ ਕਰਨਾ, ਉਹ ਗੱਲਾਂ ਨਹੀਂ ਦੱਸਦੇ। ਅੰਦਰ ਰੱਬ ਹੈ, ਅੰਦਰ ਰੱਬ ਹੈ, ਅੰਦਰ ਰੱਬ ਹੈ ਕਿੱਥੇ ਆ, ਕਿਵੇਂ ਮਿਲਣਾ, ਨਹੀਂ ਪਤਾ। ਉਹ ਪ੍ਰਚਾਰ ਕਾਹਦਾ, ਜਿਹਨੂੰ ਅੱਧਾ ਪ੍ਰਚਾਰ ਉਹ ਕਿਉਂ ਕਰ ਰਹੇ ਆ? ਸੋ ਇੰਨੀਆਂ ਕੁ ਬੇਨਤੀਆਂ। ਹੋ ਸਕਦਾ ਹੈ ਮੈਂ ਵਿੱਚ ਛੋਟੀ ਬੋਧੀ ਦਾ ਮੈਂ ਬੰਦਾ, ਗਲਤ ਬੋਲ ਗਿਆ ਹੋਵਾਂ ਕੁਛ ਗੱਲਾਂ, ਤੇ ਆਪ ਜੀ ਨੇ ਮੈਨੂੰ ਮਾफ़ ਕਰਨਾ ਜੀ। ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।